गुरु रू प्यारी साध संगत जी, वाहिगुरू जी का खालसा, वाहिगुरू जी की फतेह। प्रोफैसर पूरन सिंह जी की कमोलक लिखत है जिसका सिरलेख है सिख जन समूह। आओ उसका अगला हिस्सा सरवण करने की कोशिश करिए जी। लड़ी नूं जोड़न लई पिछले भाग दियां कुछ सतरां दोबारा पढ़ियां जा रहीआं हैं जी। आओ प्यार नाल सरवण करिए जी। समग्र सच ਨੂੰ ਪ੍ਰਭੂ ਪ੍ਰੀਤਮ ਦੇ ਪ੍ਰੇਮ ਤੇ ਸੁੰਦਰਤਾ ਦੀ ਭਾਵਨਾ ਦੁਆਰਾ ਅਨੁਭਵ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਿੱਖ ਗੁਰੂ ਦੀ ਬਾਣੀ ਤੇ ਨਾਮ ਦੀ ਪ੍ਰਗੀਤਕ ਰੂਪ ਵਿੱਚ ਪੁਨਰ ਆਵਿਰਤੀ ਕਰਦਾ ਹੈ ਅਤੇ ਗੁਰੂ ਜੀ ਦੇ ਪ੍ਰੇਮ ਦੀ ਸਿੱਖ ਵਿੱਚ ਸਦਾ ਤੜਪਦਾ ਤੇ ਲੁਚਦਾ ਰਹਿੰਦਾ ਹੈ। ਜਿਵੇਂ ਕਿ ਸੰਸਾਰ ਦੀ ਸਦਾ ਰੀਤ ਰਹੀ ਹੈ, ਇਹ ਪ੍ਰਭੂ ਦਾ ਨਵਾਂ ਸੰਦੇਸ਼ ਦੇਣ ਵਾਲੇ ਪੈਗੰਬਰਾਂ ਵੱਲੋਂ ਸਦਾ ਹੀ ਆਕਰਮਕ ਰਹਿੰਦੇ ਹਨ ਅਤੇ ਬੜੀ ਦੇਰ ਨਾਲ ਹੀ ਉਹਨਾਂ ਦੀ ਪਛਾਣ ਕਰਦੇ ਹਨ। ਹਿੰਦੂ ਲੋਕ ਇਸ ਗੱਲ ਉੱਤੇ ਅਭਿਮਾਨ ਕਰਦੇ ਰਹੇ ਹਨ ਕਿ ਸਿੱਖ ਉਹਨਾਂ ਵਿੱਚੋਂ ਹੀ ਹਨ, ਉਹਨਾਂ ਵਿੱਚੋਂ ਹੀ ਜਨਮੇ ਹਨ। ਸੰਸਕ੍ਰਿਤਕ ਅਤੇ ਅਕੈਡਮਿਕ ਤੌਰ ਤੇ ਭਾਵੇਂ ਇਹ ਗੱਲ ਗਲਤ ਨਹੀਂ ਹੈ ਅਤੇ ਤਰਕ ਸੰਗਤ ਵੀ ਜਾਪਦੀ ਹੈ, ਪਰ ਜਿੱਥੋਂ ਤੱਕ ਪ੍ਰੇਰਨਾਸ਼ੀਲ ਹੋਣ ਦਾ ਸਵਾਲ ਹੈ, ਇਹ ਇੱਕ ਤਰ੍ਹਾਂ ਨਾਲ ਗੁਰੂ ਜੀ ਦੇ ਵਿਸ਼ਵ ਵਿਆਪੀ ਸੰਦੇਸ਼ ਦੇ ਪ੍ਰਸਾਰ ਵਿੱਚ ਰੋਕ ਪਾਉਣ ਵਾਲੀ ਗੱਲ ਹੀ ਸੀ। ਪਰ ਗੁਰੂ ਜੀ ਦੇ ਸੰਪਰਕ ਤੇ ਮੇਲ ਮਿਲਾਪ ਦਾ ਤਤਕਾਲਿਕ ਮੁਸਲਮਾਨਾਂ ਨੇ ਵਧੇਰੇ ਲਾਭ ਉਠਾਇਆ। ਫਲਸਰੂਪ ਪੰਜਾਬ ਵਿੱਚ ਵਸ਼ਿਸ਼ਟ ਸਿੱਖ ਮੁਸਲਿਮ ਸਾਂਸਕ੍ਰਿਤਿਕ ਧਾਰਾ ਦਾ ਜਨਮ ਹੋਇਆ। ਇਸ ਧਾਰਾ ਦੇ ਅਨੁਯਾਈਆਂ ਨੇ ਪੰਜਾਬੀ ਲੋਕਾਂ ਦੀ ਮਾਤ ਭਾਸ਼ਾ ਵਿੱਚ ਕਵਿਤਾ ਤੇ ਗੀਤਾਂ ਦੀ ਰਚਨਾ ਕੀਤੀ, ਜਿਸ ਵਿੱਚ ਓਪਰੀ ਵਿਦੇਸ਼ੀ ਵਿਚਾਰਧਾਰਾ ਤੇ ਅਰਬੀ ਤੇ ਫਾਰਸੀ ਦੇ ਕਿਰਤਮ ਭਾਸ਼ਾਈ ਉਚਾਰਨ ਦਾ ਤਿਆਗ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮਕਾਲੀ ਮੁਸਲਮਾਨਾਂ ਨੂੰ ਇਹ ਗੱਲ ਆਖ ਦਿੱਤੀ ਸੀ ਕਿ ਹੁਣ ਮੁਸਲਮਾਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਮੂਲ ਵਿਚਾਰਾਂ ਤੇ ਆਦਰਸ਼ਾਂ ਨੂੰ ਛੱਡ ਚੁੱਕੇ ਹਨ। ਆਪ ਨੇ ਹਿੰਦੂ ਯੋਗੀਆਂ ਦੇ ਸਿਧਾਂਤਾਂ ਦਾ ਵੀ ਖੰਡਨ ਕੀਤਾ, ਜੋ ਮਨ ਦੀ ਮਸਤਾਨੀ ਦਸ਼ਾ ਨੂੰ ਹੀ ਸੱਚਾ ਧਰਮ ਮੰਨਣ ਲੱਗ ਪਏ ਸਨ। ਆਪ ਨੇ ਜੈਨ ਮਤ ਦੇ ਨੈਤਿਕ ਸਿਧਾਂਤਾਂ ਦੀ ਨਾਸਤਿਕਤਾ ਦਾ ਵੀ ਨਿਖੇਧ ਕੀਤਾ। ਆਪ ਜੀ ਨੇ ਤਾਂ ਆਪਣੀ ਪ੍ਰਗੀਤਮਈ ਹਸਤੀ ਦੁਆਰਾ ਮਨੁੱਖੀ ਚੇਤਨਤਾ ਦੇ ਨਿਰਜਿੰਨ ਤੇ ਸੁੰਨ ਹੋ ਚੁੱਕੇ ਬਿੰਦੂਆਂ ਵਿੱਚ ਮੁੜ ਸ਼ਕਤੀ ਭਰ ਦਿੱਤੀ। ਆਪ ਨੇ ਲੋਕਾਂ ਨੂੰ ਬਾਣੀ ਦਾ ਉਹ ਸੰਗੀਤ ਪ੍ਰਦਾਨ ਕੀਤਾ ਜਿਸ ਨੇ ਅਨੰਤ ਦੇ ਸੰਗੀਤ ਦੇ ਮਾਧਿਅਮ ਦੁਆਰਾ ਉਹਨਾਂ ਦੀ ਆਤਮਾ ਨੂੰ ਅਰੋਗ ਕਰ ਦਿੱਤਾ। ਲੋਕਾਂ ਲਈ ਆਪ ਸੱਚ ਦਾ ਸਾਖਿਆਤ ਸਰੂਪ ਸਨ। ਫਲਸਰੂਪ ਆਪ ਨੇ ਦਮਨ ਚੱਕਰ ਤੋਂ ਲੋਕਾਂ ਦੀ ਮਾਨਸਿਕਤਾ ਨੂੰ ਮੁਕਤ ਤੇ ਵਿਕਸਿਤ ਕਰ ਦਿੱਤਾ। ਭਗਵਾਨ ਬੁੱਧ ਤੋਂ ਪਿੱਛੋਂ ਭਾਰਤ ਵਰਸ਼ ਦੇ ਜ਼ਾਤ ਪਾਤ ਗ੍ਰਸਤ ਸਮਾਜ ਵਿੱਚ ਗੁਰੂ ਨਾਨਕ ਦੇਵ ਜੀ ਨੇ ਹੀ ਲੋਕਾਂ ਦੇ ਹਿੱਤਾਂ ਤੇ ਆਦਰਸ਼ਾਂ ਲਈ ਆਵਾਜ਼ ਉਠਾਈ। ਉੱਚ ਵਰਗ ਦੇ ਕੁਲੀਨ ਲੋਕ ਤੇ ਅਤੇ ਪਤਨਸ਼ੀਲ ਅਵਸਥਾ ਤੱਕ ਨਿਗਰ ਚੁੱਕੇ ਹਿੰਦੂ ਪ੍ਰੋਤਾਂ ਅਤੇ ਮੁਸਲਮਾਨ ਮੌਲਾਣਿਆਂ ਨੇ ਭਾਵੇਂ ਉਹਨਾਂ ਦੀ ਆਵਾਜ਼ ਨੂੰ ਨਾ ਸੁਣਿਆ, ਪਰ ਦੱਬੇ ਢੱਠੇ ਤੇ ਲਿਤਾੜੇ ਲੋਕਾਂ ਨੇ ਖੁਸ਼ੀ-ਖੁਸ਼ੀ ਉਹਨਾਂ ਦੀ ਅਗਵਾਈ ਨੂੰ ਪ੍ਰਵਾਨ ਕੀਤਾ। ਆਪ ਨੇ ਸਾਰੇ ਜਨ ਸਮੂਹ ਦੇ ਦਿਲਾਂ ਨੂੰ ਜੀਵਨ ਤੇ ਪ੍ਰੇਮ ਦੀਆਂ ਭਾਵਨਾਵਾਂ ਨਾਲ ਧੜਕਾ ਦਿੱਤਾ। ਪੂਰੇ 150 ਸਾਲ ਤੱਕ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੋਕਾਂ ਦੇ ਹਿਰਦਿਆਂ ਵਿੱਚ ਇੱਕ ਗੁਪਤ ਜੋਤ ਦੇ ਰੂਪ ਵਿੱਚ ਪ੍ਰਜਵਲਿਤ ਰਿਹਾ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਤਿਭਾ ਨੇ ਸਿੱਖ ਜਨ ਸਮੂਹ ਨੂੰ ਸਦੀਵੀ ਖਾਲਸਾ ਦੇ ਰੂਪ ਵਿੱਚ ਸਾਕਾਰ ਕਰ ਦਿੱਤਾ। ਨਿਮਾਣੇ ਲੋਕ ਜੋ ਧਰਤੀ ਨੂੰ ਪੁੱਟ ਰਹੇ ਸਨ, ਹਲ ਵਾਹ ਰਹੇ ਸਨ, ਮਾਨਵਤਾ ਦੇ ਪ੍ਰਭੂ ਨਾਲ ਆ ਜੁੜੇ। ਪੰਜਾਬ ਦੇ ਮਿੱਟੀ ਘਾਟੇ ਤੇ ਧੂੜ ਅੱਟੀ ਕਿਰਸਾਨੀ ਦੇ ਘਰਾਂ ਵਿੱਚ ਨਵੀਂ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਜਨਮ ਹੋਇਆ। ਇਹ ਸਰਬ ਸਾਧਾਰਨ ਮਨੁੱਖਤਾ ਦੀ ਸੰਸਕ੍ਰਿਤੀ ਸੀ, ਜਿਸ ਵਿੱਚ ਪ੍ਰਭੂ ਮੁਖੀ ਭਾਵਨਾ ਵਿਦਮਾਨ ਸੀ। ਇਹ ਆਪ ਮੁਹਾਰੇ ਪ੍ਰਭੂ ਤਵ ਨਾਲ ਭਰਪੂਰ ਸੰਸਕ੍ਰਿਤੀ ਦਾ ਸਹਿਜ ਰੂਪ ਦਾ ਵਿਕਾਸ ਸੀ। ਇਹ ਪ੍ਰਭੂ ਤਵ ਦੀ ਪ੍ਰਵਿਰਤੀ ਗੁਰਮੁਖ ਦਾ ਸਰੂਪ ਸੀ, ਜਿਸ ਦਾ ਮੁੱਖ ਗੁਰੂ ਉੱਤੇ ਕੇਂਦਰਿਤ ਸੀ। ਇਹੋ ਹੀ ਸਿੱਖ ਜਨ ਸਮੂਹ ਦਾ ਸਿੱਧਾ ਸਾਦਾ ਧਰਮ ਬਣ ਗਿਆ। ਹਾਂਜੀ, ਫਿਰ ਦੁਹਰਾ ਦਈਏ, ਇਹ ਪ੍ਰਭੂ ਤਵ ਦੀ ਪ੍ਰਵਿਰਤੀ ਗੁਰਮੁਖ ਦਾ ਸਰੂਪ ਸੀ, ਜਿਸ ਦਾ ਮੁੱਖ ਗੁਰੂ ਉੱਤੇ ਕੇਂਦਰਿਤ ਸੀ।
ਇਹੋ ਹੀ ਸਿੱਖ ਜਨ ਸਮੂਹ ਦਾ ਸਿੱਧਾ ਸਾਦਾ ਧਰਮ ਬਣ ਗਿਆ। ਮੌਨ ਤੇ ਸ਼ਾਂਤ ਰੂਪ ਦਾ ਨਿਰਉਚੇਚ ਯਤਨ ਜੋ ਪ੍ਰੇਮ ਤੇ ਕਿਰਤ ਦੁਆਰਾ ਪੂਰਨਤਾ ਵੱਲ ਵਧ ਰਿਹਾ ਸੀ, ਸਾਰੀ ਜਾਤੀ ਦਾ ਹੀ ਆਦਰਸ਼ ਬਣ ਗਿਆ। ਸਮੂਹ ਜਾਤੀ ਗੁਰੂ ਜੀ ਦੇ ਕੇਂਦਰੀਏ ਵਿਅਕਤਿਤਵ ਦੇ ਦੁਆਲੇ ਪਰਕਰਮਾ ਕਰਨ ਲੱਗੀ। ਇਸ ਧਰਤੀ ਉੱਤੇ ਗੁਰੂ ਹੀ ਆਤਮਾ ਦੇ ਵਿਕਾਸ ਦਾ ਕੇਂਦਰ ਬਿੰਦੂ ਜਾਂ ਮੁੱਖ ਸਰੋਤ ਬਣ ਗਿਆ। ਗੁਰੂ ਹੀ ਸ਼ਬਦ ਦਾ ਸਾਖਿਆਤ ਸਰੂਪ ਸੀ ਅਤੇ ਗੁਰੂ ਹੀ ਮਨੁੱਖ ਦੇ ਸਰੂਪ ਵਿੱਚ ਆਪ ਪ੍ਰਭੂ ਸੀ। ਗੁਰੂ ਕੋਈ ਮਨੁੱਖ ਨਹੀਂ ਹੈ, ਫਿਰ ਵੀ ਉਹ ਇੱਕ ਅਜਿਹਾ ਮਨੁੱਖ ਹੈ। ਉਹ ਕੇਂਦਰ ਬਿੰਦੂ ਜਿੱਥੇ ਮਨੁੱਖੀ ਸਰੀਰ ਦੀ ਭੌਤਿਕਤਾ ਅਤੇ ਪ੍ਰਭੂ ਦੀ ਸ਼ੁੱਧ ਰਬਤਾ ਅਨਿੱਖੜ ਰੂਪ ਵਿੱਚ ਇੱਕ ਦੂਜੇ ਨਾਲ ਆ ਮਿਲਦੀਆਂ ਹਨ ਅਤੇ ਇਹ ਗੁਰੂ ਜੀ ਦੇ ਵਿਅਕਤਿਤਵ ਵਿੱਚ ਇਸ ਤਰ੍ਹਾਂ ਆ ਸਮਾਉਂਦੀਆਂ ਹਨ ਜਿਨ੍ਹਾਂ ਦਾ ਵਰਣਨ ਕਰ ਸਕਣਾ ਅਤ ਕਠਿਨ ਹੈ। 10 ਗੁਰੂ ਸਾਹਿਬਾਨ ਉਹ ਸੂਰਜ ਹਨ ਜਿਨ੍ਹਾਂ ਦੇ ਦੁਆਲੇ ਕਈ ਧਰਤੀਆਂ ਪਰਕਰਮਾ ਕਰਦੀਆਂ ਹਨ। ਗੁਰੂ ਜੀ ਦੇ ਦਰਸ਼ਨ ਕਰਕੇ ਮਨੁੱਖ ਵਿਚਕਾਰ ਭੇਦ ਕਰ ਸਕਣਾ ਅਸੰਭਵ ਹੋ ਗਿਆ ਸੀ। ਹਾਂਜੀ, 10 ਗੁਰੂ ਸਾਹਿਬਾਨ ਉਹ ਸੂਰਜ ਹਨ ਜਿਨ੍ਹਾਂ ਦੇ ਦੁਆਲੇ ਕਈ ਧਰਤੀਆਂ ਪਰਕਰਮਾ ਕਰਦੀਆਂ ਹਨ। ਗੁਰੂ ਜੀ ਦੇ ਦਰਸ਼ਨ ਕਰਕੇ ਮਨੁੱਖ ਵਿਚਕਾਰ ਭੇਦ ਕਰ ਸਕਣਾ ਸੰਭਵ ਹੋ ਗਿਆ ਸੀ। ਇੱਥੇ ਦੀਪਕ ਦਾ ਪ੍ਰਕਾਸ਼ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰ ਵਿਧੀ ਮਨੋਹਰ ਕਲਾਮਈ ਜੁਗਤਾਂ ਨਾਲ ਭਰਪੂਰ ਹੈ। ਆਪ ਸਮੁੰਦ ਸਾਗਰ ਦੀ ਤਹਿ ਉੱਤੇ ਇੱਕ ਦੂਧੀਆ ਤਰੰਗ ਦੀ ਤਰ੍ਹਾਂ ਲਹਿਰ ਰਹੇ ਹਨ, ਫਿਰ ਵੀ ਉਸ ਲਹਿਰ ਨੂੰ ਸਾਗਰ ਨਾਲੋਂ ਨਿਖੇੜਿਆ ਤੇ ਵੱਖਰਾ ਕਲਪਿਤ ਨਹੀਂ ਕੀਤਾ ਜਾ ਸਕਦਾ। ਜੀਵਨ ਦਾ ਕੋਈ ਵੀ ਇੱਕ ਵਿਚਾਰ ਜਿਸ ਨੂੰ ਅਨੰਤ ਨਾਲੋਂ ਤੋੜ ਕੇ ਵਾਚਿਆ ਜਾਵੇ, ਗੁਰੂ ਜੀ ਦੀ ਸਮੁੱਚੀ ਵਿਚਾਰਧਾਰਾ ਤੋਂ ਬਾਹਰੀ ਗੱਲ ਹੈ। ਅਜਿਹਾ ਰਹੱਸਮਈ ਵਿਚਾਰ ਤਾਂ ਨਿਰਜਿਨ ਸੰਕਲਪ ਹੀ ਹੁੰਦਾ ਹੈ। ਆਪ ਤਾਂ ਇਸ ਗੱਲ ਉੱਤੇ ਆ ਕੇ ਤੋੜਾ ਝਾੜਦੇ ਹਨ ਕਿ ਪ੍ਰਭੂ ਆਪ ਹੀ ਜਾਣੀ ਜਾਣ ਹੈ। ਉਹ ਹੀ ਇਸ ਸ੍ਰਿਸ਼ਟੀ ਦਾ ਭਾਗ ਵਿਧਾਤਾ ਹੈ। ਮਨੁੱਖ ਦੀ ਸੋਚ ਤਾਂ ਸੀਮਤ ਹੈ, ਉਹ ਇਸ ਸਭ ਕੁਝ ਦਾ ਜੋ ਵਰਣਨ ਰਹਿਤ ਹੈ ਦਾ ਕਥਨ ਨਹੀਂ ਕਰ ਸਕਦਾ। ਪੰਜਾਬ ਵਿੱਚ ਸਿੱਖ ਜਨ ਸਮੂਹ ਦੀ ਹੋਂਦ ਸਹਿਾਂ ਵਰਣ ਰੂਪਾਂ ਅਥਵਾ ਮੰਡਲਾਂ ਵੱਲ ਸੰਕੇਤ ਕਰਦੀ ਸੀ, ਕਿਉਂ ਜੋ ਉਹ ਕਿਸੇ ਨਵੇਂ ਅਸਤਿਤਵ ਦਾ ਧਾਰਨੀ ਨਹੀਂ ਸੀ। ਕੁਝ ਲੋਕ ਖਿਆਲ ਕਰਦੇ ਸਨ ਕਿ ਉਹ ਮੁਸਲਮਾਨ ਹੈ, ਕੁਝ ਕਹਿੰਦੇ ਸਨ ਉਹ ਗੁਰੂ ਨਾਨਕ ਹਿੰਦੂ ਹੈ, ਕੁਝ ਹੋਰ ਆਪ ਜੀ ਨੂੰ ਹਿੰਦੂ ਤੇ ਮੁਸਲਮਾਨਾਂ ਦੋਹਾਂ ਦਾ ਹੀ ਮਿਸ਼ਰਤ ਸਰੂਪ ਦੱਸਦੇ ਸਨ। ਪਰ ਕਿਸੇ ਨੇ ਇਹ ਨਹੀਂ ਸੀ ਜਾਤਾ ਕਿ ਆਪ ਕਿਸੇ ਨਵੇਂ ਨਕੋਰ ਆਧੁਨਿਕ ਵਿਚਾਰ ਆਦਰਸ਼ ਨੂੰ ਸਹਿੰਸਰ ਰੂਪਾਂ ਵਿੱਚ ਲੈ ਕੇ ਆਏ ਹਨ। ਇਹ ਤਾਂ ਇੱਕ ਨਵੀਂ ਜਾਤੀ ਦਾ ਪ੍ਰਗਟ ਹੋਣਾ ਸੀ ਜਿਸ ਵਿੱਚ ਨਵਾਂ ਜੀਵਨ ਧੜਕ ਰਿਹਾ ਸੀ। ਇਹਨਾਂ ਵਿੱਚ ਨਵਾਂ ਆਤਮਿਕ ਉਤਸ਼ਾਹ ਸੀ, ਨਵੀਂ ਅੰਤਰ ਦ੍ਰਿਸ਼ਟੀ ਸੀ ਜੋ ਇੱਕ ਸਜੀਵ ਸ਼ਬਦ ਬ੍ਰਹਮ ਨੂੰ ਆਪਣੇ ਹਿਰਦਿਆਂ ਵਿੱਚ ਸਮੋਈ ਬੈਠਾ ਸੀ। ਇਹ ਤਾਂ ਇੱਕ ਨਵੇਂ ਰਾਸ਼ਟਰ ਦਾ ਜਨਮ ਸੀ ਜਿਸ ਵਿੱਚ ਅਨੰਤ ਸੰਭਾਵਨਾਵਾਂ ਮੌਜੂਦ ਸਨ। ਇਹ ਤਾਂ ਉਹ ਕੌਮ ਸੀ ਜੋ ਭਵਿੱਖ ਦੇ ਮਹਾਸਾਗਰ ਉੱਤੇ ਆਪਣੀ ਯਾਤਰਾ ਆਰੰਭ ਕਰ ਰਹੀ ਸੀ। ਇਸ ਪ੍ਰਕਾਰ ਸਿੱਖ ਜਨ ਸਮੂਹ ਲਈ ਤਾਂ ਹਿੰਦੂਆਂ ਤੇ ਮੁਸਲਮਾਨਾਂ ਵਾਲੇ ਅਤੀਤ ਦਾ ਅੰਤ ਹੋ ਚੁੱਕਾ ਸੀ। ਫਿਰ ਦੁਹਰਾ ਦਈਏ, ਇਹ ਤਾਂ ਉਹ ਕੌਮ ਸੀ ਜੋ ਭਵਿੱਖ ਦੇ ਮਹਾਸਾਗਰ ਉੱਤੇ ਆਪਣੀ ਯਾਤਰਾ ਆਰੰਭ ਕਰ ਰਹੀ ਸੀ। ਇਸ ਪ੍ਰਕਾਰ ਸਿੱਖ ਜਨ ਸਮੂਹ ਲਈ ਤਾਂ ਹਿੰਦੂਆਂ ਤੇ ਮੁਸਲਮਾਨਾਂ ਵਾਲੇ ਅਤੀਤ ਦਾ ਅੰਤ ਹੋ ਚੁੱਕਾ ਸੀ। ਗੁਰੂ ਜੀ ਲਈ ਨਿੱਜੀ ਪ੍ਰਤੀਬੱਧਤਾ ਦਾ ਵੇਗਵਾਨ ਇਕਰਾਰਨਾਮਾ ਇਸ ਸ਼ਕਤੀ ਦਾ ਰਹੱਸ ਸੀ, ਕਿਉਂ ਜੋ ਗੁਰੂ ਸਭ ਤੋਂ ਵੱਡਾ ਪ੍ਰੇਰਨਾ ਦਾ ਸੋਮਾ ਸੀ। ਭਾਰਤ ਵਿੱਚ ਗੁਰੂ ਦੇ ਸਿੱਖਾਂ ਦੀ ਇੱਕ ਨਵੀਂ ਕੌਮ ਉੱਠ ਖਲੋਤੀ ਸੀ ਜਿਸ ਨੇ ਸਪਸ਼ਟ ਭਾਂਤ ਪ੍ਰਾਚੀਨ ਧਰਮ ਸ਼ਾਸਤਰ ਦੀਆਂ ਸਾਰੀਆਂ ਪਲਚੀਆਂ ਹੋਈਆਂ ਝਾੜੀਆਂ ਦੇ ਜੰਗਲ ਨੂੰ ਕੱਟ ਕੇ ਸਾਫ਼ ਕਰ ਦਿੱਤਾ। ਰੀਤਾਂ, ਰਸਮਾਂ, ਉੱਚੀਆਂ ਨੀਵੀਆਂ ਪਦਵੀਆਂ ਅਤੇ ਜ਼ਾਤ-ਪਾਤ ਦੇ ਸਭ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰ ਲਈ ਅਤੇ ਸਭ ਪ੍ਰਕਾਰ ਦੀਆਂ ਜ਼ਹਿਰੀਲੀਆਂ ਜੜੀਆਂ ਬੂਟੀਆਂ ਨੂੰ ਪਰੇ ਸੁੱਟ ਦਿੱਤਾ। ਫਿਰ ਦੁਹਰਾ ਦਈਏ, ਭਾਰਤ ਵਿੱਚ ਗੁਰੂ ਦੇ ਸਿੱਖਾਂ ਦੀ ਇੱਕ ਨਵੀਂ ਕੌਮ ਉੱਠ ਖਲੋਤੀ ਸੀ ਜਿਸ ਨੇ ਸਪਸ਼ਟ ਭਾਂਤ ਪ੍ਰਾਚੀਨ ਧਰਮ ਸ਼ਾਸਤਰ ਦੀਆਂ ਸਾਰੀਆਂ ਪਲਚੀਆਂ ਹੋਈਆਂ ਝਾੜੀਆਂ ਦੇ ਜੰਗਲ ਨੂੰ ਕੱਟ ਕੇ ਸਾਫ਼ ਕਰ ਦਿੱਤਾ। ਰੀਤਾਂ, ਰਸਮਾਂ, ਉੱਚੀਆਂ ਨੀਵੀਆਂ ਪਦਵੀਆਂ ਅਤੇ ਜ਼ਾਤ-ਪਾਤ ਦੇ ਸਭ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰ ਲਈ
ਅਤੇ ਸਭ ਪ੍ਰਕਾਰ ਦੀਆਂ ਜ਼ਹਿਰੀਲੀਆਂ ਜੜੀਆਂ ਬੂਟੀਆਂ ਨੂੰ ਪਰੇ ਸੁੱਟ ਦਿੱਤਾ। ਹੁਣ ਉਹ ਆਪਣੇ ਹੀ ਸੁਤੰਤਰ ਮਨਾਂ ਦੁਆਰਾ ਰਚੇ ਗਏ ਆਪਣੇ ਕੁਲਿਆਂ ਵਿੱਚ ਸੁਤੰਤਰ ਰੂਪ ਵਿੱਚ ਆਜ਼ਾਦ ਮਨੁੱਖਾਂ ਵਾਂਗ ਵਿਚਰਨ ਲੱਗੇ। ਇਹਨਾਂ ਦਾ ਪ੍ਰੇਮ ਤੇ ਕਿਰਤ ਵੀ ਹੁਣ ਪੂਰਨ ਤੌਰ ਤੇ ਸੁਤੰਤਰ ਹੋ ਚੁੱਕੀ ਸੀ। ਇਸ ਜਨ ਸਮੂਹ ਨੇ ਆਪਣਾ ਹੀ ਸਾਹਿਤ ਰਚਿਆ ਜੋ ਇਹਨਾਂ ਦੀ ਆਤਮਾ ਦੀ ਸੁਰੱਖਿਆ ਕਰਦਾ ਸੀ। ਇਹ ਜਨ ਸਮੂਹ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਕਿਰਤ ਕਰਦਿਆਂ ਹੋਇਆਂ ਆਪਣੇ ਧੀਆਂ ਪੁੱਤਰਾਂ ਦੀਆਂ ਵਿਆਹ ਸ਼ਾਦੀਆਂ ਉੱਤੇ ਗਾਇਨ ਕਰਦੇ ਸਨ। ਇਹ ਤੁਰਕੀ ਬਾਣੀ ਦੀਆਂ ਧੁਨੀਆਂ ਇਹਨਾਂ ਦੇ ਕੰਠਾਂ ਵਿੱਚੋਂ ਗੂੰਜ ਉੱਠੀਆਂ ਸਨ। ਫਿਰ ਦੁਹਰਾ ਦਈਏ, ਇਸ ਜਨ ਸਮੂਹ ਨੇ ਆਪਣਾ ਹੀ ਸਾਹਿਤ ਰਚਿਆ ਜੋ ਇਹਨਾਂ ਦੀ ਆਤਮਾ ਦੀ ਸੁਰੱਖਿਆ ਕਰਦਾ ਸੀ। ਇਹ ਜਨ ਸਮੂਹ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਦੀ ਬਾਣੀ ਦੇ ਸ਼ਬਦਾਂ ਨੂੰ ਕਿਰਤ ਕਰਦਿਆਂ ਹੋਇਆਂ ਆਪਣੇ ਧੀਆਂ ਪੁੱਤਰਾਂ ਦੀਆਂ ਵਿਆਹ ਸ਼ਾਦੀਆਂ ਉੱਤੇ ਗਾਇਨ ਕਰਦੇ ਸਨ। ਇਹ ਤੁਰਕੀ ਬਾਣੀ ਦੀਆਂ ਧੁਨੀਆਂ ਇਹਨਾਂ ਦੇ ਕੰਠਾਂ ਵਿੱਚੋਂ ਗੂੰਜ ਉੱਠੀਆਂ ਸਨ। ਇਹ ਪ੍ਰੇਮ ਦਾ ਸੰਗੀਤ ਸੀ, ਪ੍ਰਾਰਥਨਾ ਵਿੱਚ ਜੁੜੇ ਦਿਲਾਂ ਦੀਆਂ ਧੜਕਣਾਂ ਦਾ ਪ੍ਰਗੀਤ ਸੀ। ਇਹ ਤਾਂ ਅਦ੍ਰਿਸ਼ਟ ਮੰਡਲਾਂ ਵਿੱਚੋਂ ਆ ਰਹੇ ਵਿਸਮਾਦ ਨਾਦ ਦਾ ਸ਼ਾਂਤੀ ਵਰਧਕ ਵਿਰੋਸਾਇਆ ਹੋਇਆ ਸੰਗੀਤ ਸੀ ਜੋ ਇਹਨਾਂ ਲੋਕਾਂ ਨੂੰ ਸੁਖ ਸ਼ਾਂਤੀ ਬਖਸ਼ਦਾ ਸੀ ਅਤੇ ਜੀਵਨ ਦੇ ਖੇਤਰ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ। ਇਸ ਪ੍ਰਕਾਰ ਖਾਲਸਾ ਨੂੰ ਗੁਰੂ ਦੇ ਸੰਗੀਤ ਦੁਆਰਾ ਅਜਿੱਤ ਬਣਾ ਦਿੱਤਾ ਗਿਆ ਸੀ। ਅੱਜ ਵੀ ਜਦੋਂ ਹਜ਼ਾਰਾਂ ਨਰ ਨਾਰੀ ਨੱਡੇ ਨੱਡੀਆਂ ਬਾਲ ਤੇ ਬਿਰਧ ਰਲ ਕੇ ਗੁਰੂ ਦੀ ਬਾਣੀ ਦਾ ਗਾਇਨ ਕਰਦੇ ਹਨ ਤਾਂ ਇਸ ਦੀ ਸ਼ਕਤੀ ਦੀ ਅਮਿਤਤਾ ਨੂੰ ਵੇਖ ਕੇ ਬੜਾ ਅਚੰਭਾ ਹੁੰਦਾ ਹੈ। ਇੰਜ ਜਾਪਦਾ ਹੈ ਜਿਵੇਂ ਇਸ ਗੁਰਬਾਣੀ ਦੇ ਗਾਇਨ ਅਥਵਾ ਸੰਗੀਤ ਨੇ ਨਿਰਜਿੰਦ ਪੱਥਰਾਂ ਵਿੱਚ ਵੀ ਇੰਨੀ ਜਾਨ ਪਾ ਦਿੱਤੀ ਹੈ ਕਿ ਉਹ ਉੱਚੀ ਸੁਰ ਵਿੱਚ ਸੁਤੰਤਰਤਾ ਦਾ ਹੀ ਗਾਇਨ ਕਰਦੇ ਹਨ। ਇੰਜ ਇਸ ਜਨ ਸਮੂਹ ਨੇ ਭੂਤਕਾਲ ਦੀਆਂ ਸਾਰੀਆਂ ਵਿਚਾਰ ਪ੍ਰਣਾਲੀਆਂ ਤੇ ਜੀਵਨ ਪੱਧਤੀਆਂ ਦੀ ਪਕੜ ਤੋਂ ਆਪਣੇ ਆਪ ਨੂੰ ਆਜ਼ਾਦ ਕਰ ਲਿਆ। ਗੁਰੂ ਦਾ ਸਿੱਖ ਆਖਦਾ ਹੈ, ਮੈਂ ਨਾ ਮੁਸਲਿਮ ਹਾਂ, ਨਾ ਹਿੰਦੂ, ਨਾ ਜੈਨੀ, ਨਾ ਹੀ ਯਹੂਦੀ, ਨਾ ਹੀ ਕਿਸੇ ਵਿਸ਼ੇਸ਼ ਫਿਰਕੇ ਨਾਲ ਜੁੜਿਆ ਹੋਇਆ। ਮੈਂ ਉਹ ਮਨੁੱਖ ਹਾਂ ਜਿਸ ਦੀ ਨਾ ਕੋਈ ਜ਼ਾਤ ਹੈ, ਨਾ ਪਾਤ ਹੈ, ਨਾ ਹੀ ਮੈਨੂੰ ਕਾਲੇ ਗੋਰੇ ਸਵਰਨ ਤੇ ਅਵਰਨ ਦੇ ਭੇਦਾਂ ਦਾ ਪਤਾ ਹੈ। ਮੇਰਾ ਜੀਵਨ ਤਾਂ ਬਸ ਪ੍ਰੇਮ ਹੈ ਅਤੇ ਮੇਰੀ ਧਿਆਨੀ ਦ੍ਰਿਸ਼ਟੀ ਆਤਮਿਕ ਸੰਸਾਰ ਵਿੱਚ ਪਸਰੀ ਹੋਈ ਹੈ। ਮੈਂ ਤਾਂ ਅਸ਼ਰੀਰੀ ਹਾਂ, ਮੈਂ ਤਾਂ ਸ਼ੁੱਧ ਆਤਮਾ ਸਰੂਪ ਹਾਂ। ਮੇਰਾ ਧਰਮ ਤਾਂ ਗੁਰੂ ਜੀ ਨਾਲ ਨਿੱਜੀ ਪ੍ਰੇਮ ਦਾ ਹੈ ਅਤੇ ਮੇਰੀ ਅੰਤਰੀ ਪ੍ਰਵਿਰਤੀ ਪ੍ਰਭੂ ਮੁਖੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਨਵਾਂ ਸਵਰਾਜ ਬਖਸ਼ਿਆ। ਆਪ ਨੇ ਆਪਣੀ ਆਤਮਾ ਦੁਆਰਾ ਉਹਨਾਂ ਯਾਨੀ ਖਾਲਸਾ ਦੀ ਸੁਰੱਖਿਆ ਤੇ ਸੰਭਾਲ ਲਈ ਨਵੀਂ ਭਾਸ਼ਾ ਦੀ ਸਿਰਜਣਾ ਕੀਤੀ। ਦਸਮ ਗੁਰੂ ਜੀ ਨੇ ਉਹਨਾਂ ਲਈ ਅਕਾਲੀ ਸ਼ਬਦ ਦੀ ਘਾੜਤ ਕੀਤੀ। ਸਤਿ ਸ੍ਰੀ ਅਕਾਲ ਦਾ ਸਮੂਹਕ ਬੋਲਾ ਵੀ ਆਪ ਨੇ ਹੀ ਉਹਨਾਂ ਨੂੰ ਪ੍ਰਦਾਨ ਕੀਤਾ। ਆਪ ਜੀ ਦੀ ਬਾਣੀ ਖਾਲਸਾ ਦੇ ਸਦੀਵੀ ਅੰਗ ਸੰਗ ਰਹਿਣ ਵਾਲੀ ਸਾਥੀ ਹੈ। ਇਸ ਵਿੱਚ ਮਿਰਤੂ ਯਾਨੀ ਕਾਲ ਉਤੇ ਵਿਜੇ ਪਾਉਣ ਵਾਲਾ ਮਹਾਨਾਦ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਨਾਨਕ ਦੇ ਸਮਾਨ ਭਾਰਤ ਵਿੱਚ ਸਭ ਪੁਰਾਣੇ ਧਰਮਾਂ ਤੇ ਮਤਾਂਤਰਾਂ ਦਾ ਵਹਿਮ ਭਰਮ ਆਖ ਕੇ ਖੰਡਨ ਕੀਤਾ ਹੈ। ਗੁਰੂ ਜੀ ਦੇ ਬਚਨਾਂ ਵਿੱਚੋਂ ਅਦੁੱਤੀ ਸ਼ਕਤੀ ਧਾਰਾ ਦਾ ਪ੍ਰਵਾਹ ਚੱਲ ਰਿਹਾ ਹੈ। ਇੰਜ ਜਾਪਦਾ ਹੈ ਜਿਵੇਂ ਆਪ ਨੇ ਸਾਰੀਆਂ ਖਾਲੀ ਥਾਵਾਂ ਨੂੰ ਚੱਕਾ-ਚੌਂਧ ਕਰ ਦੇਣ ਵਾਲੇ ਪ੍ਰਕਾਸ਼ ਨੂੰ ਜਗਮਗਾ ਦਿੱਤਾ ਹੈ। ਕੋਈ ਵੀ ਗੁਰੂ ਜੀ ਦੇ ਦਰਸ਼ਨ ਕਰਨ ਸਮੇਂ ਸਦੀਵਤਾ ਦੀਆਂ ਧੜਕਣਾਂ ਨੂੰ ਅਨੁਭਵ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਉਸ ਨੂੰ ਅਨਾਮ ਪ੍ਰਭੂ ਦੇ ਵਿਸਮਾਦ ਦਾ ਆਭਾਸ ਹੁੰਦਾ ਹੈ। ਹਾਂਜੀ, ਕੋਈ ਵੀ ਗੁਰੂ ਜੀ ਦੇ ਦਰਸ਼ਨ ਕਰਨ ਸਮੇਂ ਸਦੀਵਤਾ ਦੀਆਂ ਧੜਕਣਾਂ ਨੂੰ ਅਨੁਭਵ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਉਸ ਨੂੰ ਅਨਾਮ ਪ੍ਰਭੂ ਦੇ ਵਿਸਮਾਦ ਦਾ ਆਭਾਸ ਹੁੰਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।